हाँ जी भी डियर स्टूडेंट्स, अज तुहाडे नाल जिहड़ा टॉपिक डिस्कस होएगा वो होएगा प्रोसैस ऑफ कंट्रोलिंग। जिवें तुसीं सारे स्टूडेंट्स जानते हो कि मैनेजमेंट दे विच अपने कोले 5 फंक्शनस हुंदे ने और फर्स्ट फंक्शन है दैट इज प्लैनिंग। उस तो बाद स्टूडेंट्स जिहड़ा सैकेंड फंक्शन है दैट इज ऑर्गेनाइजिंग और थर्ड फंक्शन है स्टूडेंट्स ऑर्गेनाइजिंग तो बाद दैट इज स्टाफिंग और स्टाफिंग तो बाद है स्टूडेंट्स डायरेक्टिंग और स्टूडेंट्स डायरेक्टिंग तो बाद है कंट्रोलिंग। तो स्टूडेंट जेडे ये 5 फंक्शंस ने ये 5 फंक्शन जो परफॉर्म होंदे आ वन बाय वन, जिवें कि प्लैनिंग तो बाद आपां ऑर्गेनाइजिंग करांगे, ऑर्गेनाइजिंग तो बाद स्टाफिंग होएगी, स्टाफिंग तो बाद डायरेक्टिंग, डायरेक्टिंग तो बाद कंट्रोलिंग। तो जदों स्टूडेंट्स ये 5 फंक्शंस परफॉर्म होंदे ने तो एक मैनेजमेंट साइकिल कंप्लीट हो जाता है। ठीक है, एक मैनेजमेंट साइकिल कंप्लीट हो गया। हुण नैक्सट टाइम फिर आपां एक मैनेजमेंट साइकिल जिहड़ा हैगा ਉਹ ਚਲਾਵਾਂਗੇ। ਤਾਂ ਇਸ ਕਰਕੇ ਤੁਸੀਂ ਇਹ ਨਹੀਂ ਸਮਝਣਾ ਹੈਗਾ ਕਿ ਜਿਹੜਾ ਕੰਟਰੋਲਿੰਗ ਹੈ that is the last function। ਬੇਸਿਕਲੀ ਇਹ ਇੱਕ ਸਾਈਕਲ ਹੈ, ਇੱਕ ਕੰਟੀਨਿਊਏਸ਼ਨ ਹੈ ਜਿਸ ਦੇ ਵਿੱਚ ਕੰਟਰੋਲਿੰਗ ਜਿਹੜੀ ਹੈ ਉਹ ਫਰਦਰ ਕਨੈਕਟ ਹੋ ਜਾਏਗੀ ਕਿਸ ਦੇ ਨਾਲ ਵੀ ਸਟੂਡੈਂਟਸ, ਪਲੈਨਿੰਗ ਦੇ ਨਾਲ। ਯਾਨੀ ਕਿ ਇੱਕ ਸਾਈਕਲ ਆ, ਇੱਕ ਸਾਈਕਲ ਦੇ ਵਿੱਚ ਇਹ ਸਾਰੇ ਜਿਹੜੇ ਫੰਕਸ਼ਨਸ ਨੇ ਉਹ ਆਪਾਂ ਪਰਫਾਰਮ ਕਰਦੇ ਆ। ਜਿਵੇਂ ਲਾਸਟ ਜਿਵੇਂ ਆਪਾਂ ਕੰਟਰੋਲਿੰਗ ਪਰਫਾਰਮ ਕੀਤਾ, ਜਿਹੜੀ ਕੰਟਰੋਲਿੰਗ ਹੈ ਉਹ ਨੈਕਸਟ ਟਾਈਮ ਜਿਹੜੀ ਆਪਾਂ ਪਲੈਨਿੰਗ ਕਰਾਂਗੇ ਉਸ ਨੂੰ ਕਾਫੀ ਅੱਛੀਆਂ ਇਨਪੁਟਸ ਪ੍ਰੋਵਾਈਡ ਕਰੇਗੀ ਜਿਸ ਦੇ ਨਾਲ ਬੈਟਰ ਪਲੈਨਿੰਗ ਹੋ ਸਕਦੀ ਹੈ। ਤਾਂ ਹੁਣ ਸਟੂਡੈਂਟਸ ਅੱਜ ਦਾ ਲੈਕਚਰ ਜਿਹੜਾ ਹੈਗਾ ਦੈਟ ਇਜ਼ ਬੇਸਡ ਅਪਨ ਦੀ ਪ੍ਰੋਸੈਸ ਆਫ ਕੰਟਰੋਲਿੰਗ। ਤਾਂ ਤੁਹਾਡੇ ਨਾਲ ਸਟੂਡੈਂਟਸ ਆਪਾਂ ਪ੍ਰੋਸੈਸ ਆਫ ਕੰਟਰੋਲਿੰਗ ਦੇ ਬਾਰੇ ਜਿਹੜੀ ਹੈ ਡਿਸਕਸ਼ਨ ਕਰਨੀ ਹੈਗੀ ਹੈ। प्रोसैस ऑफ कंट्रोलिंग दे विच स्टूडेंट जेडे आपां स्टैप्स फॉलो करने हैगे आ वो वन बाय वन आपां मैंशन करांगे। तो सब तो पहला है स्टैप 1 दैट इज है सैटिंग परफॉर्मेंस स्टैंडर्ड्स। ठीक है स्टूडेंट्स, सैटिंग परफॉर्मेंस, सैटिंग परफॉर्मेंस स्टैंडर्ड्स। ਤਾਂ ਸਭ ਤੋਂ ਪਹਿਲਾ ਸਟੈਪ ਹੈ ਸਟੂਡੈਂਟਸ ਜਿਹੜੇ ਤੁਹਾਡੇ ਪਰਫਾਰਮੈਂਸ ਸਟੈਂਡਰਡਸ ਆ ਉਹਨਾਂ ਨੂੰ ਸੈੱਟ ਕਰਨਾ, ਉਹਨਾਂ ਨੂੰ ਇਸਟੈਬਲਿਸ਼ ਕਰਨਾ। ਤਾਂ ਸਟੂਡੈਂਟ ਜਿਹੜੇ ਸੈੱਟ ਆਪਣੇ ਪਰਫਾਰਮੈਂਸ ਸਟੈਂਡਰਡਸ ਹੈਗੇ ਨੇ ਇਹ ਆਪਾਂ ਪਲੈਨਿੰਗ ਦੇ ਵਿੱਚ ਸੈੱਟ ਕਰਦੇ ਹਾਂ, ਕਿਉਂਕਿ ਪਲੈਨਿੰਗ ਦੇ ਵਿੱਚ ਅਸੀਂ ਸਾਰੇ ਪਾਥ ਡਿਸਕ੍ਰਾਈਬ ਕਰਦੇ ਹਾਂ। ਇੱਕ ਪਾਥ ਜਿਹੜਾ ਹੈਗਾ ਉਹ ਕੰਸਟਰਕਟ ਕਰਦੇ ਹਾਂ ਜਿਸ ਦੇ ਅਕੋਰਡਿੰਗ ਅਸੀਂ ਸਾਰਾ ਕੰਮ ਕਰਨਾ ਹੁੰਦਾ ਹੈ, ਕਿਉਂਕਿ ਪਲੈਨਿੰਗ ਇੱਕ ਬਲੂਪ੍ਰਿੰਟ ਹੁੰਦੀ ਆ ਜਿਸ ਦੇ ਅਕੋਰਡਿੰਗ ਅਸੀਂ ਸਭ ਕੁਝ ਕਰਨਾ ਹੁੰਦਾ। ਠੀਕ ਹੈ ਜੀ, ਇਸ ਕਰਕੇ ਜਿਹੜੇ ਤੁਹਾਡੇ ਪਰਫਾਰਮੈਂਸ ਸਟੈਂਡਰਡਸ ਹੈਗੇ ਆ ਉਹ ਤੁਹਾਡੀ ਪਲੈਨਿੰਗ ਦੇ ਵਿੱਚ ਆਲਰੇਡੀ ਇਸਟੈਬਲਿਸ਼ ਕੀਤੇ ਹੁੰਦੇ ਆ। ਪਲੈਨਿੰਗ ਦੇ ਵਿੱਚ ਹੀ ਤੁਹਾਡੇ ਗੋਲਸ, ਆਬਜੈਕਟਿਵਸ, ਐਵਰੀਥਿੰਗ ਸੈੱਟ ਕੀਤਾ ਜਾਂਦਾ। ਤਾਂ ਪਹਿਲਾ ਸਟੈਪ ਹੈ ਸਟੂਡੈਂਟ ਤੁਹਾਡੇ ਕੋਲੇ ਪ੍ਰੋਸੈਸ ਆਫ ਕੰਟਰੋਲਿੰਗ 'ਚ ਕਿ ਤੁਹਾਡੇ ਕੋਲ ਜਿਹੜੇ ਪਰਫਾਰਮੈਂਸ ਸਟੈਂਡਰਡਸ ਆ ਉਹ ਅਵੇਲੇਬਲ ਹੋਣ। ਸੈਕੰਡ ਹੈ ਸਟੂਡੈਂਟਸ ਮੋਸਟ ਇੰਪੋਰਟੈਂਟ दैट इज measurement of actual performance, measurement of actual performance। ਤਾਂ ਹੁਣ ਸਟੂਡੈਂਟਸ ਇੱਕ ਚੀਜ਼ ਬੜੀ ਹੀ ਇੰਪੋਰਟੈਂਟ ਆ ਕਿ ਸੈਕੰਡ ਸਟੈਪ ਕੀ measurement of actual performance। तो सैकेंड स्टैप है स्टूडेंट्स कि तुसी जो परफॉर्मेंस कर रहे हो तुसी उसनू मैजर करना है, क्योंकि अगर तुसी एक्चुअल परफॉर्मेंस नू मैजर नहीं करोगे तो तुहानू किस तरह पता चलेगा कि जेड़ी परफॉर्मेंस तुसी कर रहे हो वो तुहाडे जेड़े तुसी स्टैंडर्ड सैट कीते सी उसते उसनू मैच कर रही है या नहीं कर रही। तो तुसी एक्चुअल परफॉर्मेंस नू मैजर करोगे ਤਾਂ ਜੋ ਉਸ ਦਾ ਕੰਪੈਰੀਜ਼ਨ ਆਪਣੇ ਜਿਹੜੇ ਤੁਸੀਂ ਸਟੈਂਡਰਡਸ ਇਸਟੈਬਲਿਸ਼ ਕੀਤੇ ਆ ਉਸ ਦੇ ਨਾਲ ਕੰਪੇਅਰ ਕਰ ਪਾਓ। ਤਾਂ ਹੁਣ ਜਿਹੜਾ ਸਟੂਡੈਂਟਸ ਥਰਡ ਆਪਣਾ ਸਟੈਪ ਹੈ, ਥਰਡ ਸਟੈਪ ਹੈ ਸਟੂਡੈਂਟਸ ਕੰਪੈਰੀਜ਼ਨ। ਠੀਕ ਹੈ, ਕੰਪੈਰੀਜ਼ਨ ਜਿਹੜਾ ਸਟੂਡੈਂਟਸ ਕੰਪੈਰੀਜ਼ਨ ਹੈ ਉਹ ਕਿਸ ਦਾ ਹੈ? ਕੰਪੈਰੀਜ਼ਨ ਜਿਹੜੇ ਤੁਸੀਂ ਪਰਫਾਰਮੈਂਸ ਸਟੈਂਡਰਡਸ ਫਿਕਸ ਕੀਤੇ ਆ ਉਹਨਾਂ ਦਾ ਐਕਚੁਅਲ ਪਰਫਾਰਮੈਂਸ ਦੇ ਨਾਲ। ਠੀਕ ਹੈ ਜੀ, ਉਸ ਤੋਂ ਬਾਅਦ ਸਟੂਡੈਂਟ ਜਿਹੜਾ फोर्थ स्टैप है दैट इज है
एनालाइजिंग डेविएशन, एनालाइजिंग डेविएशन। सो जेड़ा स्टूडेंट्स ये वर्ड है एनालाइजिंग डेविएशन, इसका मतलब क्या होंदा है? जदों तुसी स्टूडेंट्स अपनी एक्चुअल परफॉर्मेंस ਨੂੰ ਆਪਣੇ ਸਟੈਂਡਰਡਸ ਨਾਲ ਕੰਪੇਅਰ ਕਰੋਗੇ ਜੋ ਤੁਸੀਂ ਸੈੱਟ ਕੀਤੇ ਹੋਏ ਆ, ਤਾਂ ਨੈਚੁਰਲੀ ਇਹ ਹੋ ਸਕਦਾ ਕਿ ਤੁਹਾਡੀ ਐਕਚੁਅਲ ਪਰਫਾਰਮੈਂਸ ਤੁਹਾਡੇ ਸਟੈਂਡਰਡਸ ਤੋਂ ਡੈਵੀਏਟ ਕਰ ਰਹੀ ਹੋਏ, ਥੋੜਾ ਬਹੁਤਾ ਫਰਕ ਹੋਏ, ਤਾਂ ਅਸੀਂ ਉਸ ਨੂੰ ਉਸ ਡੈਵੀਏਸ਼ਨ ਨੂੰ ਅਸੀਂ ਐਨਾਲਾਈਜ਼ ਕਰਨਾ ਹੁੰਦਾ ਹੈ। ਫॉर ਐਗਜ਼ਾਮਪਲ ਸਪੋਜ਼ ਕਰੋ ਤੁਸੀਂ ਇੱਕ ਸਟੈਂਡਰਡ ਸੈੱਟ ਕੀਤਾ ਹੋਇਆ ਸੀਗਾ ਕਿ ਪਰ ਵੀਕ ਜਿਹੜੀ ਪ੍ਰੋਡਕਸ਼ਨ ਹੋਏਗੀ ਮੰਨ ਲਓ 30 ਯੂਨਿਟ ਦੀ ਹੋਏਗੀ, ਯਾਨੀ ਕਿ ਤੁਸੀਂ ਇਹ ਸਟੈਂਡਰਡ ਸੈੱਟ ਕੀਤਾ ਹੋਇਆ ਸੀਗਾ ਕਿ ਪਰ ਵੀਕ ਜਿਹੜੀ ਪ੍ਰੋਡਕਸ਼ਨ ਹੋਏਗੀ ਉਹ 30 ਯੂਨਿਟਸ ਦੀ ਹੋਏਗੀ। ਬਟ ਜਦੋਂ ਤੁਸੀਂ ਨੋਟਿਸ ਕੀਤਾ ਕਿ ਐਕਚੁਅਲ ਦੇ ਵਿੱਚ ਜਿਹੜੀ ਐਕਚੁਅਲ ਪਰਫਾਰਮੈਂਸ ਹੋ ਰਹੀ ਆ, ਜਿਹੜਾ ਐਕਚੁਅਲ ਵਰਕ ਆ, that is only of suppose 24 ਯੂਨਿਟਸ ਦਾ ਹੀ ਆਇਆ, ਤਾਂ ਇਨ ਦਿਸ ਵੇ ਤੁਸੀਂ ਆਪਣੇ ਐਕਚੁਅਲ ਵਰਕ ਨੂੰ ਜਦੋਂ ਤੁਸੀਂ ਜਿਹੜੇ ਸਟੈਂਡਰਡ ਇਸਟੈਬਲਿਸ਼ ਕੀਤੇ ਸੀ ਇਸ ਨਾਲ ਕੰਪੇਅਰ ਕਰੋਗੇ, ਯੂ ਵਿਲ ਫਾਈਂਡ ਕਿ there is a difference of 6 ਯੂਨਿਟਸ। ਤੁਸੀਂ ਐਕਚੁਅਲ ਦੇ ਵਿੱਚ 6 ਯੂਨਿਟ ਲੈਸ ਪ੍ਰੋਡਿਊਸ ਕਰ ਰਹੇ ਹੋ। ਉਹ ਲੈਸ ਜਿਹੜੇ ਪ੍ਰੋਡਿਊਸ ਕਰ ਰਹੇ ਹੋ ਉਹਦਾ ਕਾਰਨ ਕੀ ਹੈ? what is the cause behind this? ਠੀਕ ਹੈ, reduced ਔਰ ਜਿਹੜੀ ਤੁਹਾਡੀ ਲੋ ਪ੍ਰੋਡਕਸ਼ਨ ਹੈ, ਯੂ ਹੈਵ ਟੂ ਫਾਈਂਡ। ਸੋ ਇਹ ਟੌਪਿਕ ਹੈ ਸਟੂਡੈਂਟਸ ਐਨਾਲਾਈਜ਼ਿੰਗ ਡੈਵੀਏਸ਼ਨ, ਜਿਸ ਦੇ ਵਿੱਚ ਆਪਾਂ ਇਹਨਾਂ ਡੈਵੀਏਸ਼ਨਸ ਨੂੰ ਐਨਾਲਾਈਜ਼ ਕਰਾਂਗੇ। ਉਸ ਤੋਂ ਬਾਅਦ ਸਟੂਡੈਂਟਸ ਮੋਸਟ ਇੰਪੋਰਟੈਂਟ ਇਜ਼ ਟੇਕਿੰਗ corrective action, taking corrective action ਦਾ ਮਤਲਬ ਸਟੂਡੈਂਟਸ ਇਹ ਆ, ਜਦੋਂ ਤੁਸੀਂ ਇਹ ਡੈਵੀਏਸ਼ਨਸ ਨੂੰ ਦੇਖੋਗੇ ਯੂ ਵਿਲ ਫਾਈਂਡ ਕਿ 6 ਯੂਨਿਟਸ ਜਿਹੜੇ ਆ ਉਹ ਲੈਸ ਪ੍ਰੋਡਿਊਸ ਹੋ ਰਹੇ ਆ ਐਸ ਪਰ ਦੀ ਜੋ ਤੁਹਾਡੀ ਸਟੈਂਡਰਡਸ ਹੈ। ਠੀਕ ਹੈ, ਯਾਨੀ ਕਿ ਐਕਚੁਅਲ ਵਰਕ ਐਸ ਪਰ ਦੀ ਸੈਟ ਸਟੈਂਡਰਡਸ ਨਹੀਂ ਹੋ ਰਿਹਾ, ਉਸ ਤੋਂ ਬਿਲੋ ਹੋ ਰਿਹਾ। ਤਾਂ ਤੁਸੀਂ ਫਿਰ ਉਸ ਦੇ ਸਟੂਡੈਂਟਸ ਜਿਹੜੇ ਡੈਵੀਏਸ਼ਨ ਦੇ ਰੀਜ਼ਨਸ ਨੇ ਉਹ ਫਾਈਂਡ ਆਊਟ ਕਰੋਗੇ। ਫਾਈਂਡ ਆਊਟ ਕਰਕੇ ਉਹਨਾਂ ਨੂੰ ਤੁਸੀਂ ਠੀਕ ਕਰੋਗੇ। ਤੁਸੀਂ ਚੈੱਕ ਕਰੋਗੇ ਕਿ ਬਈ ਜਿਹੜਾ 24 ਯੂਨਿਟ ਦੀ ਪ੍ਰੋਡਕਸ਼ਨ ਕਿਉਂ ਹੋਈ, ਕਿ ਰॉ ਮਟੀਰੀਅਲ ਦੀ ਅਵੇਲੇਬਿਲਿਟੀ ਨਹੀਂ ਪ੍ਰੋਪਰਲੀ ਹੋ ਰਹੀ, ਜਾਂ ਜਿਹੜੀਆਂ ਫੈਕਟਰੀਜ਼ ਦੇ ਵਿੱਚ ਜਿਹੜਾ ਮਤਲਬ ਕਿ ਇਲੈਕਟ੍ਰਿਸਿਟੀ ਦੀ ਸਪਲਾਈ ਹੈ ਉਹ 'ਚ ਕੋਈ ਪ੍ਰੋਬਲਮ ਹੈ, ਜਾਂ ਵਰਕਰਸ ਜਿਹੜੇ ਨੇ ਉਹ ਇਨਐਫੀਸ਼ੀਐਂਟ ਨੇ, ਜਾਂ ਵਰਕਰਸ ਨੂੰ ਟ੍ਰੇਨਿੰਗ ਦੀ ਜ਼ਰੂਰਤ ਹੈ। ਵਾਟ ਐਵਰ ਦਾ ਰੀਜ਼ਨ, ਤੁਸੀਂ ਉਹ ਫਾਈਂਡ ਆਊਟ ਕਰਕੇ ਉਸ ਦੇ ਉੱਪਰ ਐਕਸ਼ਨ ਲਓਗੇ, ਤੁਸੀਂ ਉਸ ਨੂੰ ਕਰੈਕਟ ਕਰੋਗੇ, ਤੁਸੀਂ ਉਸ ਨੂੰ ਜਿਹੜਾ ਹੈ ਉਹ ਜਲਦੀ ਤੋਂ ਜਲਦੀ ਠੀਕ ਕਰੋਗੇ, ਤਾਂ ਜੋ ਤੁਹਾਡਾ ਐਕਚੁਅਲ ਵਰਕ ਜਿਹੜਾ ਹੈਗਾ ਉਹ ਅਕੋਰਡਿੰਗ ਟੂ ਦੀ ਸੈਟ ਸਟੈਂਡਰਡਸ ਹੋ ਪਾਏ। ਤਾਂ ਇਹ ਹੈ ਸਟੂਡੈਂਟਸ ਪ੍ਰੋਸੈਸ ਆਫ ਕੰਟਰੋਲਿੰਗ। ਹੁਣ ਮੈਂ ਤੁਹਾਨੂੰ ਸਟੂਡੈਂਟਸ ਇਹਦਾ ਇੱਕ ਪ੍ਰੋਪਰ ਜਿਹੜਾ ਇੱਕ ਫਲੋ ਚਾਰਟ ਹੈ ਉਹ ਤੁਹਾਨੂੰ ਡਾਇਗਰਾਮ ਦੇ ਥਰੂ ਵੀ ਸਮਝਾਉਣ ਦੀ ਕੋਸ਼ਿਸ਼ ਕਰੂੰਗਾ। ਤਾਂ ਇਹ ਅੱਛਾ ਕੁਐਸਚਨ ਹੈ ਸਟੂਡੈਂਟਸ ਜਿਹੜਾ ਐਗਜ਼ਾਮ ਦੇ ਵਿੱਚ ਤੁਹਾਨੂੰ ਆ ਸਕਦਾ ਹੈ। ਤਾਂ ਹੁਣ ਸਟੂਡੈਂਟਸ ਅਸੀਂ ਸਟਾਰਟ ਕਰਾਂਗੇ ਉਹ ਸਾਰਾ ਫਲੋ ਚਾਰਟ। ਤਾਂ ਸਭ ਤੋਂ ਪਹਿਲਾਂ ਹੈ ਸਟੂਡੈਂਟਸ ਤੁਹਾਡੇ ਸਟੈਂਡਰਡਸ, यानी कि तुसी क्या करो, इस्टैब्लिश स्टैंडर्ड्स, कि तुसी अपने जेडे स्टैंडर्ड्स आ उन्हां नूं इस्टैब्लिश करो। ठीक है जी। तो उस तो बाद स्टूडेंट्स जेड़ा नैक्सट है जो तुसी अपने स्टैंडर्ड इस्टैब्लिश कर लोगे, ठीक है, उसनों फिर जेडे स्टैंडर्ड इस्टैब्लिश करने तो बाद, ठीक है, नेक्स्ट तुसी स्टूडेंट्स क्या करना है, नेक्स्ट करना है नेक्स्ट स्टूडेंट्स अपने कोल है कि जेडे तुसी स्टैंडर्ड्स मैजर कीते हैं उस तो बाद तुसी अपनी परफॉर्मेंस नू मैजर करोगे। ठीक है, यानी कि मैजर एक्चुअल परफॉर्मेंस, कि तुसी अपनी एक्चुअल परफॉर्मेंस नू मैजर करो। तो स्टूडेंट्स ये हो गया सोडी एक्चुअल परफॉर्मेंस दी मैजरमेंट। उस तो बाद नेक्स्ट स्टूडेंट्स है जो नेक्स्ट उसी चीज देखनी हैगी है, दैट इज है कंपैरिजन।
दैट इज कंपैरिजन। तुसी उस तो बाद कंपैरिजन करना है। कंपैरिजन स्टूडेंट्स किस दा, जेड़ी सोडी एक्चुअल परफॉर्मेंस है उसका जेड़ा इस्टैबलिश स्टैंडर्ड्स आ उसका नाल तुसी कंपैरिजन करोगे। कंपैरिजन तुसी ये भी लिख सकते हो और तुसी लिख सकते हो कि कंपेयर करो परफॉर्मेंस, कि तुसी अपनी जेड़ी परफॉर्मेंस है उसनू कंपेयर करो। ठीक है स्टूडेंट्स, तो जो तुसी इसनू कंपेयर कर लोगे जेड़ी सोडी परफॉर्मेंस है वो कंपेयर हो जाएगी। तो उस तो बाद स्टूडेंट्स इंपॉर्टेंट चीज़ है जो तुसी नोटिस करनी है, दैट इज फिर तुसी चेक करोगे उस तो बाद कि तुहाडी जेड़ी परफॉर्मेंस है जो तुसी कंपैरिजन कीता, डज इत्थे आपां क्वेश्चन लिखांगे एक, डज performance match the standards, कि तुहाडी जेड़ी परफॉर्मेंस है कि वो स्टैंडर्ड्स नू मैच कर दी है। तुसीं ये चेक करोगे। ठीक है स्टूडेंट्स, उस तो बाद इसके स्टूडेंट्स दो रिजल्ट हो सकते हैं। रिजल्ट ए एक हो सकता यस, एक हो सकता नो। ठीक है जी, तो हुण आपां यस ते नो दा करिए। अगर ता है स्टूडेंट्स यस, अगर आंसर है यस कि हाँ जी तुहाडी जेड़ी परफॉर्मेंस है वो स्टैंडर्ड्स नू मैच कर रही है, ठीक है, देन तुसी क्या करना है, देन तुसी करना है डू नथिंग। डू नथिंग, वाई डू नथिंग, बिकॉज एवरीथिंग इज ओके, बिकॉज तुहाडी परफॉर्मेंस जेड़ी है वो स्टैंडर्ड्स दे अकॉर्डिंग है, इट मीन्स एवरीथिंग इज ओके, डू नथिंग। जो डू नथिंग है देन फिर तुसी अपना जेड़ा वो साइकिल है उन्होंने कंप्लीट करो। नेक्स्ट टाइम तुसी अपना परफॉर्मेंस जेड़ा है मेजर करो, देन फिर कंपैरिजन करो, देन फिर देखो कि अगर यस है देन डू नथिंग एंड सो ऑन। बट अगर स्टूडेंट्स जेड़ा एदा आंसर आ गया नो आ गया, ठीक है, कि भाई जेड़ी थोड़ी परफॉर्मेंस है वो मेजर नहीं कर रही, सॉरी वो जो है दैट इज नॉट अकॉर्डिंग टू दी स्टैंडर्ड्स, यानी कि उसका आंसर आ गया नो। तो हुण स्टूडेंट्स नैचुरली हुण डेविएशन होएगी। तो हुण जिहड़ी वो डेविएशन है तो वो डेविएशन के लिए असीं दो चीज़ां जिहड़ियां हैगियां ने वो कंस्ट्रक्ट करांगे। पहला केस, पहले च स्टूडेंट्स असीं देखांगे डेविएशंस जिहड़ियां ने, डेविएशंस आर इग्नोरेबल। ठीक है, इफ डेविएशंस आर इग्नोरेबल, ठीक है, अगर डेविएशंस इग्नोरेबल आ देन भी आपा कुछ नहीं करना। ठीक है जी, क्लियर, यानी कि वो डेविएशन जिहड़ियां हैगे ने अगर वो इग्नोरेबल है देन भी तुसी डू नथिंग, यानी कि तुसी इस तरह आ कर सकते हो। डू नथिंग, ठीक है जी। तो हुण अगर स्टूडेंट्स तुहाडी जिहड़ी डेविएशन है वो इग्नोरेबल नहीं है, इफ डेविएशन इज नॉट इग्नोरेबल, ठीक है, अगर स्टूडेंट्स डेविएशन इग्नोरेबल नहीं है देन व्हाट टू डू, देन तुसी स्टूडेंट्स क्या करोगे, ठीक है, देन तुसी लाओगे टेक करैक्टिव मेजर्स। तो फिर तुसी जेडे करैक्टिव मेजर्स ने वो तुसी लेने हैं, मतलब कि तुसी जेड़ी अपनी परफॉर्मेंस है उन्होंने क्या करोगे, जेड़ा थोड़ा डेविएशन है
ਉਸ ਨੂੰ ਤੁਸੀਂ ਠੀਕ ਕਰੋਗੇ, ਤੁਸੀਂ ਉਹਦਾ ਕਾਜ਼ ਜਿਹੜਾ ਹੈ ਉਹ ਲੱਭੋਗੇ। ਇੱਥੇ ਇੱਕ ਸਟੈਪ ਹੋਰ ਲਿਆ ਜਾ ਸਕਦਾ ਹੈ ਜਿਹੜਾ ਆਪਾਂ ਨਾਲ ਹੀ ਲਿਖ ਦਿੰਦੇ ਹਾਂ ਇਸ ਤੇ, ਔਰ ਉਹ ਸਟੂਡੈਂਟਸ ਲਿਖ ਸਕਦੇ ਆ ਤੁਸੀਂ ਕਿ ਅਗਰ ਡੈਵੀਏਸ਼ਨ ਹੈ ਤਾਂ ਆਇਡੈਂਟੀਫਾਈ ਕਰੋ, ਆਇਡੈਂਟੀਫਾਈ ਕਾਜ਼ ਐਂਡ ਟੇਕ ਕਰੈਕਟਿਵ ਮੈਜ਼ਰ। ਇਸ ਨੂੰ ਸਟੈਪ ਨੂੰ ਤੁਸੀਂ ਇਕੱਠਾ ਕਰ ਦਿਓ, ਠੀਕ ਹੈ। ਤਾਂ ਇਹ ਸਟੂਡੈਂਟ ਜਦੋਂ ਤੁਸੀਂ ਕਰੈਕਟਿਵ ਮੈਜ਼ਰ ਲੈ ਲਿਆ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋ, ਫਿਰ ਤੁਸੀਂ ਆਪਣੀ ਜਿਹੜੀ ਪਰਫਾਰਮੈਂਸ ਹੈ ਉਸ ਨੂੰ ਤੁਸੀਂ ਕੀ ਕਰੋ, ਮੈਜ਼ਰ ਕਰੋ, ਦੈਨ ਫਿਰ ਸਾਈਕਲ ਜਿਹੜਾ ਹੈਗਾ ਉਹ ਰਨ ਕਰੋ। ਇਨ ਦਿਸ ਵੇ ਸਟੂਡੈਂਟਸ ਤੁਸੀਂ ਜਿਹੜਾ ਹੈਗਾ ਮਤਲਬ ਉਹ ਜਿਹੜਾ ਪ੍ਰੋਸੈਸ ਆਫ ਕੰਟਰੋਲਿੰਗ ਹੈ ਉਹ ਕੰਪਲੀਟ ਕਰ ਸਕਦੇ ਹੋ। ਸੋ ਦਿਸ ਇਜ਼ ਦਾ ਪ੍ਰੋਸੈਸ ਆਫ ਕੰਟਰੋਲਿੰਗ। ਹੋਪ ਸੋ ਤੁਹਾਨੂੰ ਸਟੂਡੈਂਟਸ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਥੈਂਕ ਯੂ।